हेलो बच्चों, इस एपीसोड विच तुसी गुणनखंड थ्योरम, इसका उलट ਅਤੇ ਇਹਨਾਂ ਦੀ ਵਰਤੋਂ ਬਾਰੇ ਸਿੱਖੋਗੇ। ਆਓ ਪਹਿਲਾਂ ਗੁਣਨਖੰਡ ਥਿਓਰਮ ਤੋਂ ਸ਼ੁਰੂ ਕਰਦੇ ਹਾਂ। ਗੁਣਨਖੰਡ ਥਿਓਰਮ, ਜੇਕਰ p of x ਇੱਕ ਬਹੁਪਦ ਜਿਸ ਦੀ ਘਾਤ n ਘਾਤ 1 ਜਾਂ 1 ਤੋਂ ਵੱਧ ਹੋਵੇ ਅਤੇ a ਵਾਸਤਵਿਕ ਸੰਖਿਆ ਹੋਵੇ ਜਿੱਥੇ p of a 0 ਦੇ ਬਰਾਬਰ ਹੋਵੇ ਤਾਂ x minus a ਬਹੁਪਦ p of x ਦਾ ਗੁਣਨਖੰਡ ਹੋਵੇਗਾ। ਇਸ ਦੇ ਉਲਟ ਤੌਰ ਤੇ ਜੇਕਰ x minus a ਬਹੁਪਦ p of x ਦਾ ਗੁਣਨਖੰਡ ਹੋਵੇ ਤਾਂ p of a 0 ਦੇ ਬਰਾਬਰ ਹੋਵੇਗਾ। ਆਓ ਹੁਣ ਇਸ ਦਾ ਸਬੂਤ ਵੇਖਦੇ ਹਾਂ। ਮੰਨ ਲਓ p of x ਇੱਕ ਬਹੁਪਦ ਹੈ ਜਿਸ ਦੀ ਘਾਤ 1 ਤੋਂ ਵੱਧ ਜਾਂ ਇਸ ਦੇ ਬਰਾਬਰ ਹੈ ਅਤੇ a ਇੱਕ ਵਾਸਤਵਿਕ ਸੰਖਿਆ ਹੈ ਜਿਸ ਲਈ p of a 0 ਦੇ ਬਰਾਬਰ ਹੈ। ਜਦੋਂ p of x ਨੂੰ x minus a ਨਾਲ ਭਾਗ ਕੀਤਾ ਜਾਂਦਾ ਹੈ ਤਾਂ ਮੰਨ ਲਓ q of x ਭਾਗਫਲ ਹੈ। ਬਾਕੀ ਥਿਓਰਮ ਰਾਹੀਂ p of x ਨੂੰ ਜਦੋਂ x minus a ਨਾਲ ਭਾਗ ਕੀਤਾ ਜਾਵੇ ਤਾਂ ਬਾਕੀ ਬਰਾਬਰ p of a ਹੋਵੇਗਾ। ਇਸ ਲਈ p of x ਬਰਾਬਰ x minus a ਗੁਣਾ q of x ਜਮਾ p of a, ਤਾਂ ਇਸ ਤੋਂ ਭਾਵ p of x ਬਰਾਬਰ x minus a ਗੁਣਾ q of x ਜਮਾ 0 ਦੇ, ਕਿਉਂਕਿ p of a 0 ਦੇ ਬਰਾਬਰ ਹੈ। ਤਾਂ ਇਸ ਤੋਂ ਭਾਵ p of x ਬਰਾਬਰ x minus a ਗੁਣਾ q of x ਦੇ, ਤਾਂ ਇਸ ਤੋਂ ਭਾਵ x minus a p of x ਦਾ ਗੁਣਨਖੰਡ ਹੈ। ਆਓ ਹੁਣ ਇਸ ਦੇ ਉਲਟ ਨੂੰ ਸਿੱਧ ਕਰਦੇ ਹਾਂ, ਭਾਵ ਜੇਕਰ x minus a ਬਹੁਪਦ p of x ਦਾ ਗੁਣਨਖੰਡ ਹੋਵੇ ਤਾਂ p of a 0 ਦੇ ਬਰਾਬਰ ਹੋਵੇਗਾ। ਇਸ ਨੂੰ ਸਿੱਧ ਕਰਨ ਲਈ ਮੰਨ ਲਓ x minus a p of x ਦਾ ਗੁਣਨਖੰਡ ਹੈ, ਤਾਂ ਇਸ ਤੋਂ ਭਾਵ ਜਦੋਂ p of x ਨੂੰ x minus a ਨਾਲ ਭਾਗ ਕੀਤਾ ਜਾਵੇ ਤਾਂ ਬਾਕੀ ਸਿਫਰ ਬਚਦਾ ਹੈ। ਪਰੰਤੂ ਬਾਕੀ ਥਿਓਰਮ ਰਾਹੀਂ p of x ਨੂੰ ਜਦੋਂ x minus a ਨਾਲ ਭਾਗ ਕਰੀਏ ਤਾਂ ਬਾਕੀ p of a ਦੇ ਬਰਾਬਰ ਹੁੰਦਾ ਹੈ। ਇਸ ਲਈ x ਬਰਾਬਰ a ਪ੍ਰਤਿਸਥਾਪਿਤ ਕਰਨ ਤੇ p of x ਬਰਾਬਰ x minus a ਗੁਣਾ q of x ਮੰਨ ਲਓ ਤਾਂ ਇੱਥੇ p of a ਬਰਾਬਰ ਹੋਵੇਗਾ 0 ਦੇ। ਨਾਲ ਹੀ ਇਹ ਗੱਲਾਂ ਧਿਆਨ ਦੇਣ ਯੋਗ ਹਨ। x ਜਮਾ a ਬਹੁਪਦ p of x ਦਾ ਗੁਣਨਖੰਡ ਹੋਵੇਗਾ ਜੇਕਰ p of minus a 0 ਦੇ ਬਰਾਬਰ ਹੋਵੇ। a ਗੁਣਾ x minus b ਬਹੁਪਦ p of x ਦਾ ਗੁਣਨਖੰਡ ਹੋਵੇਗਾ ਜੇਕਰ p of b ਬਟਾ a 0 ਦੇ ਬਰਾਬਰ ਹੋਵੇ। a ਗੁਣਾ x ਜਮਾ b ਬਹੁਪਦ p of x ਦਾ ਗੁਣਨਖੰਡ ਹੋਵੇਗਾ ਜੇਕਰ p of minus b ਬਟਾ a 0 ਦੇ ਬਰਾਬਰ ਹੋਵੇ। ਇਸੇ ਤਰ੍ਹਾਂ x minus a ਗੁਣਾ x minus b ਬਹੁਪਦ p of x ਦਾ ਗੁਣਨਖੰਡ ਹੋਵੇਗਾ ਜੇਕਰ p of a 0 ਦੇ ਬਰਾਬਰ ਹੋਵੇ ਅਤੇ p of b ਵੀ 0 ਦੇ ਬਰਾਬਰ ਹੋਵੇ। ਆਓ ਇਹਨਾਂ ਨਾਲ ਸੰਬੰਧਿਤ ਉਦਾਹਰਨਾਂ ਵੇਖਦੇ ਹਾਂ। ਇੱਥੇ ਗੁਣਨਖੰਡ ਥਿਓਰਮ ਦੀ ਵਰਤੋਂ ਕਰਕੇ ਦੱਸੋ ਕਿ x minus 1 x ਦੀ ਘਾਤ 6 minus x ਦੀ ਘਾਤ 5 ਜਮਾ x ਦੀ ਘਾਤ 4 minus x ਦਾ ਘਨ ਜਮਾ x ਦਾ ਵਰਗ minus 2x ਜਮਾ 1 ਦਾ ਗੁਣਨਖੰਡ ਹੈ ਜਾਂ ਨਹੀਂ। ਆਓ ਇਸ ਦਾ ਹੱਲ ਵੇਖਦੇ ਹਾਂ। ਮੰਨ ਲਓ p of x ਬਰਾਬਰ x ਦੀ ਘਾਤ 6 minus x ਦੀ ਘਾਤ 5 ਜਮਾ x ਦੀ ਘਾਤ 4 minus x ਦਾ ਘਨ ਜਮਾ x ਦਾ ਵਰਗ minus 2x ਜਮਾ 1। ਹੁਣ ਜੇਕਰ p of x 0 ਦੇ ਬਰਾਬਰ ਹੋਵੇ ਤਾਂ x minus 1 ਬਹੁਪਦ p of x ਦਾ ਗੁਣਨਖੰਡ ਹੋਵੇਗਾ। ਗੁਣਨਖੰਡ ਥਿਓਰਮ ਅਨੁਸਾਰ p of x ਬਰਾਬਰ 1 ਦੀ ਘਾਤ 6 minus 1 ਦੀ ਘਾਤ 5 ਜਮਾ 1 ਦੀ ਘਾਤ 4 minus 1 ਦਾ ਘਨ ਜਮਾ 1 ਦਾ ਵਰਗ minus 2 ਗੁਣਾ 1 ਜਮਾ 1, ਜੋ ਕਿ ਇੱਥੇ ਅਸੀਂ x ਦਾ ਮੁੱਲ 1 ਭਰਨ ਤੇ ਪ੍ਰਾਪਤ ਕਰਾਂਗੇ। ਹੁਣ ਇਹ ਅਗਾਂਹ ਬਰਾਬਰ 1 minus 1 ਜਮਾ 1 minus 1 ਜਮਾ 1 minus 2 ਜਮਾ 1 ਤੇ ਇਹਨਾਂ ਨੂੰ ਹੱਲ ਕਰਨ ਤੇ ਅਸੀਂ ਇੱਥੇ 0 ਪ੍ਰਾਪਤ ਕਰਾਂਗੇ। ਭਾਵ p of x ਬਰਾਬਰ 0 ਦੇ। ਤਾਂ ਇੱਥੇ ਗੁਣਨਖੰਡ ਥਿਓਰਮ ਦੀ ਵਰਤੋਂ ਕਰਦੇ ਹਾਂ, ਇਸ ਲਈ ਅਸੀਂ ਕਹਿ ਸਕਦੇ ਹਾਂ x minus 1
x की घात 6 माइनस x की घात 5 जमा x की घात 4 माइनस x का घन जमा x का वर्ग माइनस 2x जमा 1 ਦਾ ਗੁਣਨਖੰਡ ਹੈ ਜੋ ਕਿ ਅਸੀਂ ਪਤਾ ਕਰਨਾ ਸੀ। ਆਓ ਹੁਣ ਇਸ ਨਾਲ ਸੰਬੰਧਿਤ ਇੱਕ ਹੋਰ ਉਦਾਹਰਨ ਵੇਖਦੇ ਹਾਂ। ਗੁਣਨਖੰਡ ਥਿਉਰਮ ਦੀ ਵਰਤੋਂ ਕਰਕੇ ਦੱਸੋ ਕਿ x ਜਮਾ 3 x ਦਾ ਘਨ ਮਾਈਨਸ 3 ਗੁਣਾ x ਦਾ ਵਰਗ ਜਮਾ 4x ਮਾਈਨਸ 12 ਦਾ ਗੁਣਨਖੰਡ ਹੈ ਜਾਂ ਨਹੀਂ। ਆਓ ਇਸ ਦਾ ਹੱਲ ਵੇਖਦੇ ਹਾਂ। ਮੰਨ ਲਓ p of x ਬਰਾਬਰ x ਦਾ ਘਨ ਮਾਈਨਸ 3 ਗੁਣਾ x ਦਾ ਵਰਗ ਜਮਾ 4x ਮਾਈਨਸ 12। ਹੁਣ ਜੇਕਰ p of ਮਾਈਨਸ 3 ਬਰਾਬਰ 0 ਹੋਵੇ ਤਾਂ x ਜਮਾ 3 ਬਹੁਪਦ p of x ਦਾ ਗੁਣਨਖੰਡ ਹੋਵੇਗਾ। ਗੁਣਨਖੰਡ ਥਿਉਰਮ ਅਨੁਸਾਰ p of ਮਾਈਨਸ 3 ਬਰਾਬਰ ਮਾਈਨਸ 3 ਦਾ ਘਨ ਮਾਈਨਸ 3 ਗੁਣਾ ਮਾਈਨਸ 3 ਦਾ ਵਰਗ ਜਮਾ 4 ਗੁਣਾ ਮਾਈਨਸ 3 ਮਾਈਨਸ 12 ਜੋ ਕਿ ਅਸੀਂ ਇੱਥੇ x ਦਾ ਮੁੱਲ ਮਾਈਨਸ 3 ਲੈਣ ਤੇ ਪ੍ਰਾਪਤ ਕਰਾਂਗੇ ਤਾਂ ਇਹ ਬਰਾਬਰ ਮਾਈਨਸ 27 माइनस 3 गुना 9 माइनस 12 माइनस 12 बराबर माइनस 27 माइनस 12 बराबर माइनस 54 माइनस 24 बराबर माइनस 78 दे भाव p of माइनस 3 0 ਦੇ ਬਰਾਬਰ ਨਹੀਂ ਹੈ। ਇਸ ਲਈ ਗੁਣਨਖੰਡ ਥਿਉਰਮ ਰਾਹੀਂ ਅਸੀਂ ਕਹਿ ਸਕਦੇ ਹਾਂ x ਜਮਾ 3 ਬਹੁਪਦੀ x ਦਾ ਘਨ ਮਾਈਨਸ 3 ਗੁਣਾ x ਦਾ ਵਰਗ ਜਮਾ 4x ਮਾਈਨਸ 12 ਦਾ ਗੁਣਨਖੰਡ ਨਹੀਂ ਹੈ ਜੋ ਕਿ ਅਸੀਂ ਪਤਾ ਕਰਨਾ ਸੀ। ਹੁਣ ਤੱਕ ਤੁਸੀਂ ਗੁਣਨਖੰਡ ਥਿਉਰਮ, ਇਸ ਦਾ ਉਲਟ ਅਤੇ ਇਹਨਾਂ ਦੀ ਵਰਤੋਂ ਬਾਰੇ ਸਿੱਖਿਆ ਹੈ। ਆਓ ਹੁਣ ਇਸ ਨਾਲ ਸੰਬੰਧਿਤ ਕੁਝ ਉਦਾਹਰਨਾਂ ਨੂੰ ਹੱਲ ਕਰਦੇ ਹਾਂ। ਆਓ ਹੁਣ ਇੱਕ ਉਦਾਹਰਨ ਵੇਖੀਏ। ਗੁਣਨਖੰਡ ਥਿਉਰਮ ਦੀ ਵਰਤੋਂ ਕਰਕੇ ਪਤਾ ਕਰੋ ਕਿ ਬਹੁਪਦ g of x ਬਹੁਪਦ f of x ਦਾ ਗੁਣਨਖੰਡ ਹੈ ਜਾਂ ਨਹੀਂ, ਜਦੋਂ ਕਿ f of x ਬਰਾਬਰ 3 ਗੁਣਾ x ਦੀ ਘਾਤ 4 ਜਮਾ 17 ਗੁਣਾ x ਦਾ ਘਨ ਜਮਾ 9 ਗੁਣਾ x ਦਾ ਵਰਗ ਮਾਈਨਸ 7x ਮਾਈਨਸ 10 ਹੋਵੇ ਅਤੇ g of x ਬਰਾਬਰ x ਜਮਾ 5 ਹੋਵੇ। ਹੱਲ ਇੱਥੇ f of x ਬਰਾਬਰ ਹੈ 3 ਗੁਣਾ x ਦੀ ਘਾਤ 4 ਜਮਾ 17 ਗੁਣਾ x ਦਾ ਘਨ ਜਮਾ 9 ਗੁਣਾ x ਦਾ ਵਰਗ ਮਾਈਨਸ 7x ਮਾਈਨਸ 10 ਤੇ g of x ਬਰਾਬਰ ਹੈ x ਜਮਾ 5 ਦੇ। ਹੁਣ ਗੁਣਨਖੰਡ ਥਿਉਰਮ ਰਾਹੀਂ x जमा a बहुपद p of x ਦਾ ਗੁਣਨਖੰਡ ਹੋਵੇਗਾ। ਜੇਕਰ p of minus a 0 ਦੇ ਬਰਾਬਰ ਹੋਵੇ ਤਾਂ ਇਥੇ ਤੁਲਨਾ ਕਰਨ ਤੇ p of x ਬਰਾਬਰ ਹੈ f of x ਦੇ ਅਤੇ x ਜਮਾ a ਬਰਾਬਰ ਹੈ x ਜਮਾ 5 ਭਾਵ ਇੱਥੇ a ਬਰਾਬਰ ਹੈ 5 ਦੇ ਤਾਂ ਇਸ ਲਈ ਗੁਣਨਖੰਡ ਥਿਉਰਮ ਅਨੁਸਾਰ
जी ऑफ एक्स बराबर एक्स जमा 5 एफ ऑफ एक्स का गुणनखंड होवेगा जेकर एफ ऑफ -5 0 ਦੇ ਬਰਾਬਰ ਹੋਵੇ ਤਾਂ ਇਸ ਲਈ ਇੱਥੇ ਅਸੀਂ f of -5 ਦਾ ਮੁੱਲ ਪਤਾ ਕਰਦੇ ਹਾਂ ਕਿਉਂਕਿ f of x ਬਰਾਬਰ ਹੈ 3 ਗੁਣਾ x ਦੀ ਘਾਤ 4 ਜਮਾ 17 ਗੁਣਾ x ਦਾ ਘਨ जमा 9 गुना x का वर्ग -7x -10 ਦੇ ਤਾਂ ਇਸ ਤੋਂ ਭਾਵ ਇੱਥੇ f of -5 ਬਰਾਬਰ ਹੋਵੇਗਾ 3 ਗੁਣਾ -5 ਦੀ ਘਾਤ 4 ਜਮਾ 17 ਗੁਣਾ -5 ਦਾ ਘਨ ਜਮਾ 9 गुणा -5 का वर्ग -7 गुणा -5 -10 ਦੇ ਤਾਂ ਇਸ ਤੋਂ ਭਾਵ f of -5 ਹੈ ਬਰਾਬਰ 3 ਗੁਣਾ 625 ਜਮਾ 17 ਗੁਣਾ -125 जमा 9 गुणा 25 -7 गुणा -5 -10 क्योंकि असी जानते हैं कि -5 की घात 4 यह बराबर होवेगा 625 -5 का घन यह बराबर होवेगा -125 दे अते -5 का वर्ग ए बराबर होवेगा 25 दे ਤਾਂ ਇਸ ਤੋਂ ਭਾਵ ਇੱਥੇ f of -5 ਇਹ ਬਰਾबर 1875 ਦੇ ਜੋ ਕਿ ਅਸੀਂ 3 ਦੀ ਗੁਣਾ 625 ਨਾਲ ਕਰਨ ਤੇ ਪ੍ਰਾਪਤ ਕਰਾਂਗੇ ਅਗਾ ਮਾਈਨਸ 2125 जो कि असी 17 ਨੂੰ -125 ਨਾਲ ਗੁਣਾ ਕਰਨ ਤੇ ਪ੍ਰਾਪਤ ਕਰਾਂਗੇ ਅਗਾ ਜਮਾ 225 ਜੋ ਕਿ ਅਸੀਂ ਇੱਥੇ 9 ਨੂੰ 25 ਨਾਲ ਗੁਣਾ ਕਰਨ ਤੇ ਪ੍ਰਾਪਤ ਕਰਾਂਗੇ ਅਗਾ ਜਮਾ 35 ਜੋ ਕਿ ਅਸੀਂ -7 ਦੀ -5 ਨਾਲ ਗੁਣਾ ਕਰਨ ਤੇ ਪ੍ਰਾਪਤ ਕਰਾਂਗੇ ਅਗਾ -10 ਹੁਣ ਇਸ ਨੂੰ ਇੰਚ ਲਿਖਾਂਗੇ ਭਾਵ f of -5 ਇਹ ਬਰਾबर 1875 ਜਮਾ 225 ਜਮਾ 35 ਮਾਈਨਸ 2125 -10 ਜੋ ਕਿ ਅਸੀਂ ਇੱਥੇ ਧਨਾਤਮਕ ਸੰਖਿਆਵਾਂ ਨੂੰ ਇਕੱਠੇ ਤੌਰ ਤੇ ਅਤੇ ਰਿਣਾਤਮਕ ਸੰਖਿਆਵਾਂ ਨੂੰ ਇਕੱਠੇ ਤੌਰ ਤੇ ਲਿਖਣ ਤੇ ਪ੍ਰਾਪਤ ਕਰਾਂਗੇ ਤਾਂ ਇਸ ਤੋਂ ਭਾਵ ਇੱਥੇ f of -5 ਇਹ ਬਰਾबर 2135 2135 ਦੇ ਤਾਂ ਇਸ ਤੋਂ ਭਾਵ f of -5 बराबर है 0 ਦੇ ਤਾਂ ਇਸ ਲਈ ਗੁਣਨਖੰਡ ਥਿਉਰਮ ਦੀ ਵਰਤੋਂ ਕਰਦਿਆਂ ਅਸੀਂ ਕਹਿ ਸਕਦੇ ਹਾਂ ਕਿ g of x बराबर x जमा 5 f of x यानी बराबर 3 गुना x की घात 4 जमा 17 गुना x का घन जमा 9 गुना x का वर्ग
-7x -10 का गुणनखंड है। जो कि असी पता करना सी। आओ हुण अगला उदाहरण वेखिए। गुणनखंड थ्योरम की वरतों करके पता करो कि बहुपद g of x बहुपद f of x का गुणनखंड है या नहीं। जदों कि f of x बराबर 2 गुना x का घन -9 गुना x का वर्ग जमा x जमा 12 ते g of x बराबर 3 2x होवे। हल सानू दिता है f of x बराबर 2 गुना x का घन -9 गुना x का वर्ग जमा x जमा 12 g of x बराबर 3 2x ते हुण गुणनखंड थ्योरम की वरतों करदे हां। ax जमा b बहुपद p of x का गुणनखंड होवेगा। जेकर p of -b बटा a 0 दे बराबर होवे तां इथे तुलना करन ते p of x बराबर है f of x दे अते ax जमा b बराबर है 3 2x भाव a बराबर -2x जमा 3 तां इस तों भाव a बराबर है -2 अते b बराबर है 3 दे। हुण गुणनखंड थ्योरम अनुसार g of x बराबर 3 2x f of x का गुणनखंड होवेगा। जेकर f of 3 बटा 2 0 दे बराबर होवे क्योंकि इथे f of -b बटा a बराबर है f of -3 बटा -2 जिमें कि इथे b बराबर 3 अते a बराबर -2 है तां ए बराबर f of
माइनस 3/2 यानी बराबर f ऑफ 3/2 ਦੇ। ਤਾਂ ਇੰਚ ਇੱਥੇ ਅਸੀਂ f of 3/2 ਦਾ ਮੁੱਲ ਪਤਾ ਕਰਾਂਗੇ ਅਤੇ ਵੇਖਾਂਗੇ ਕਿ ਇਹ 0 ਦੇ ਬਰਾਬਰ ਹੈ ਜਾਂ ਨਹੀਂ, ਭਾਵ g of x f of x ਦਾ ਗੁਣਨਖੰਡ ਹੈ ਜਾਂ ਨਹੀਂ। ਹੁਣ ਕਿਉਂਕਿ f of x ਬਰਾਬਰ ਹੈ 2 ਗੁਣਾ x ਦਾ ਘਨ ਮਾਈਨਸ 9 ਗੁਣਾ x ਦਾ ਵਰਗ ਜਮਾ x ਜਮਾ 12, ਤਾਂ ਇੱਥੇ f of 3/2 ਇਹ ਬਰਾਬਰ ਹੋਵੇਗਾ 2 ਗੁਣਾ 3/2 ਦਾ ਘਨ ਮਾਈਨਸ 9 ਗੁਣਾ 3/2 ਦਾ ਵਰਗ ਜਮਾ 3/2 ਜਮਾ 12, ਜੋ ਕਿ ਅਸੀਂ ਇੱਥੇ x ਦਾ ਮੁੱਲ 3/2 ਭਰਨ ਤੇ ਪ੍ਰਾਪਤ ਕਰਾਂਗੇ। ਅਗਰ ਇਸ ਤੋਂ ਭਾਵ ਇੱਥੇ f of 3/2 ਇਹ ਬਰਾਬਰ 2 ਗੁਣਾ 27/8 ਮਾਈਨਸ 9 ਗੁਣਾ 9/4 जमा 3/2 जमा 12 ਦੇ, ਕਿਉਂਕਿ ਇੱਥੇ 3/2 ਦਾ ਘਨ ਬਰਾਬਰ ਹੈ 3 ਦਾ ਘਨ ਬਟਾ 2 ਦਾ ਘਨ ਬਰਾਬਰ 27/8 ਦੇ, ਕਿਉਂਕਿ ਅਸੀਂ ਜਾਣਦੇ ਹਾਂ 3 ਦਾ ਘਨ 27 ਦੇ ਬਰਾਬਰ ਹੁੰਦਾ ਹੈ ਅਤੇ 2 ਦਾ ਘਨ 8 ਦੇ ਬਰਾਬਰ ਹੁੰਦਾ ਹੈ। ਅਤੇ ਇਸੇ ਤਰ੍ਹਾਂ 3/2 ਦਾ ਵਰਗ ਬਰਾਬਰ 3 ਦਾ ਵਰਗ ਬਟਾ 2 ਦਾ ਵਰਗ ਬਰਾਬਰ 9/4 ਦੇ, ਕਿਉਂਕਿ 3 ਦਾ ਵਰਗ 9 ਦੇ ਬਰਾਬਰ ਹੁੰਦਾ ਹੈ ਅਤੇ 2 ਦਾ ਵਰਗ 4 ਦੇ ਬਰਾਬਰ ਹੁੰਦਾ ਹੈ। ਹੁਣ ਇੱਥੇ 8 ਦੀ ਵੰਡ 2 ਨਾਲ ਕਰਨ ਤੇ ਅਸੀਂ 4 ਪ੍ਰਾਪਤ ਕਰਾਂਗੇ, ਤਾਂ ਇਸ ਤੋਂ ਭਾਵ ਇੱਥੇ f of 3/2 ਇਹ ਬਰਾਬਰ 27/4 ਮਾਈਨਸ 81/4, ਜੋ ਕਿ ਅਸੀਂ ਇੱਥੇ 9 ਦੀ ਗੁਣਾ 9 ਨਾਲ ਕਰਨ ਤੇ ਪ੍ਰਾਪਤ ਕਰਾਂਗੇ, ਜਮਾ 3/2 ਜਮਾ 12 ਦੇ। ਹੁਣ ਇਸ ਨੂੰ ਇੰਝ ਲਿਖ ਸਕਦੇ ਹਾਂ, ਇਸ ਤੋਂ ਭਾਵ f of 3/2 ਬਰਾਬਰ 27/4 ਮਾਈਨਸ 81/4 ਜਮਾ 3/2 ਜਮਾ 12/1। ਕਿਉਂਕਿ ਅਸੀਂ ਕਿਸੇ ਸੰਖਿਆ ਨੂੰ ਪਰਿਮੇਯ ਸੰਖਿਆ ਦੇ ਰੂਪ ਵਿੱਚ 12/1 ਵਜੋਂ ਲਿਖਦੇ ਹਾਂ, ਜੋ ਕਿ ਇਸ ਦਾ ਪਰਿਮੇਯ ਸੰਖਿਆ ਰੂਪ ਹੈ। ਹੁਣ ਸੱਜੇ ਪਾਸੇ ਇਸ ਨੂੰ ਹੱਲ ਕਰਨ ਲਈ ਅਸੀਂ ਇਹਨਾਂ ਦੇ ਹਰਾਂ ਦਾ ਲਘੁੱਤਮ ਲਵਾਂਗੇ। ਤਾਂ ਇੱਥੇ ਅਸੀਂ ਇਹਨਾਂ ਦੇ ਹਰਾਂ ਦਾ ਲਘੁੱਤਮ 4 ਪ੍ਰਾਪਤ ਕਰਦੇ ਹਾਂ, ਤਾਂ ਅਗਾਂਹ ਇੱਥੇ 27/4 ਦੇ ਹਰ ਨਾਲ ਲਘੁੱਤਮ ਦੀ ਵੰਡ ਕਰਨ ਤੇ ਅਸੀਂ 1 ਪ੍ਰਾਪਤ ਕਰਾਂਗੇ, ਜਿਸ ਨੂੰ ਅਸੀਂ ਇਸ ਦੇ ਅੰਸ਼ ਨਾਲ ਗੁਣਾ ਕਰਨ ਤੇ 1 ਗੁਣਾ 27 ਪ੍ਰਾਪਤ ਕਰਾਂਗੇ। ਅਗਾਂਹ ਦੂਸਰੀ ਪਰਿਮੇਯ ਸੰਖਿਆ ਦੇ ਹਰ ਨਾਲ ਲਘੁੱਤਮ ਦੀ ਵੰਡ ਕਰਨ ਤੇ ਅਸੀਂ 1 ਪ੍ਰਾਪਤ ਕਰਾਂਗੇ, ਜਿਸ ਨੂੰ ਇਸ ਦੇ ਅੰਸ਼ ਭਾਗ 81 ਨਾਲ ਗੁਣਾ ਕਰਨ ਤੇ ਅਸੀਂ 1 ਗੁਣਾ 81 ਪ੍ਰਾਪਤ ਕਰਾਂਗੇ, ਫਿਰ ਜਮਾ ਅਗਲੀ ਪਰਿਮੇਯ ਸੰਖਿਆ ਦੇ ਹਰ ਨਾਲ ਲਘੁੱਤਮ ਦੀ ਵੰਡ ਕਰਨ ਤੇ ਅਸੀਂ 2 ਪ੍ਰਾਪਤ ਕਰਾਂਗੇ, ਜਿਸ ਨੂੰ ਇਸ ਦੇ ਅੰਸ਼ ਭਾਗ 3 ਨਾਲ ਗੁਣਾ ਕਰਨ ਤੇ ਅਸੀਂ 2 ਗੁਣਾ 3 ਪ੍ਰਾਪਤ ਕਰਾਂਗੇ, ਅਗਾਂਹ ਜਮਾ। ਹੁਣ ਇਸ ਪਰਿਮੇਯ ਸੰਖਿਆ ਦੇ ਹਰ ਨਾਲ ਲਘੁੱਤਮ ਦੀ ਵੰਡ ਕਰਨ ਤੇ ਅਸੀਂ 4 ਪ੍ਰਾਪਤ ਕਰਾਂਗੇ, ਜਿਸ ਨੂੰ ਇਸ ਦੇ ਅੰਸ਼ ਨਾਲ ਭਾਵ 12 ਨਾਲ ਗੁਣਾ ਕਰਨ ਤੇ ਅਸੀਂ 4 ਗੁਣਾ 12 ਪ੍ਰਾਪਤ ਕਰਾਂਗੇ। ਅਗਾਂਹ ਇਸ ਤੋਂ ਭਾਵ f of 3/2 ਇਹ ਬਰਾਬਰ 27 ਮਾਈਨਸ 81 ਜਮਾ 6 ਜਮਾ 48/4, ਭਾਵ ਇਸ ਨੂੰ ਇੰਚ ਲਿਖਾਂਗੇ f of 3/2 ਬਰਾਬਰ 27 ਜਮਾ 6 ਜਮਾ 48
-81/4 ਦੇ, ਜੋ ਕਿ ਅਸੀਂ ਧਨਾਤਮਕ ਸੰਖਿਆਵਾਂ ਨੂੰ ਇਕੱਠੇ ਤੌਰ ਤੇ ਲਿਖਣ ਤੇ ਪ੍ਰਾਪਤ ਕਰਾਂਗੇ। ਤਾਂ ਅਗਾ ਇਸ ਤੋਂ ਭਾਵ f of 3/2 ਇਹ ਬਰਾਬਰ 33/48 -81/4, ਕਿਉਂਕਿ ਇੱਥੇ 27 ਵਿੱਚ 6 ਜੋੜਨ ਤੇ ਅਸੀਂ 33 ਪ੍ਰਾਪਤ ਕਰਾਂਗੇ। ਤਾਂ ਅਗਾ ਇਸ ਤੋਂ ਭਾਵ f of 3/2 ਇਹ ਬਰਾਬਰ 81 -81/4 ਦੇ, ਕਿਉਂਕਿ ਇੱਥੇ 33 ਵਿੱਚ 48 ਜੋੜਨ ਤੇ ਅਸੀਂ 81 ਪ੍ਰਾਪਤ ਕਰਾਂਗੇ। ਤਾਂ ਇਸ ਤੋਂ ਭਾਵ ਇੱਥੇ f of 3/2 ਬਰਾਬਰ 0/4 ਦੇ, ਕਿਉਂਕਿ 81 ਵਿੱਚੋਂ 81 ਘਟਾਉਣ ਤੇ ਅਸੀਂ 0 ਪ੍ਰਾਪਤ ਕਰਾਂਗੇ। ਹੁਣ ਇਹ ਅਗਾ ਬਰਾਬਰ ਹੋਵੇਗਾ 0 ਦੇ, ਕਿਉਂਕਿ 0 ਦੀ ਵੰਡ 4 ਨਾਲ ਕਰਨ ਤੇ ਅਸੀਂ 0 ਪ੍ਰਾਪਤ ਕਰਾਂਗੇ। ਤਾਂ ਇਸ ਤੋਂ ਭਾਵ ਇੱਥੇ f of 3/2 ਬਰਾਬਰ ਹੈ 0 ਦੇ। ਇਸ ਲਈ ਦਿੱਤੇ ਉਦਾਹਰਨ ਲਈ ਅਸੀਂ ਕਹਿ ਸਕਦੇ ਹਾਂ g of x ਬਰਾਬਰ 3 - 2x, f of x ਬਰਾਬਰ 2 ਗੁਣਾ x ਦਾ ਘਨ ਮਾਈਨਸ 9 ਗੁਣਾ x ਦਾ ਵਰਗ ਜਮਾ x ਜਮਾ 12 ਦਾ ਗੁਣਨਖੰਡ ਹੈ। ਜੋ ਕਿ ਅਸੀਂ ਪਤਾ ਕਰਨਾ ਸੀ।